ਹੁਣ ਤੱਕ ਆਪਾਂ ਕੰਪਾਊਂਡ ਇੰਟਰਸਟ ਦੇ 2 ਲੈਕਚਰ ਕੰਪਲੀਟ ਕੀਤੇ ਹੈ, ਜਿਹਦੇ ਵਿੱਚ ਪਹਿਲੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਕੰਪਾਊਂਡ ਇੰਟਰਸਟ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੈ ਔਰ ਉਸ ਨੂੰ ਆਪਾਂ ਕੈਲਕੂਲੇਟਰ ਦੀ ਹੈਲਪ ਦੇ ਨਾਲ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ। ਫਿਰ ਦੂਸਰੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਜੇਕਰ ਆਪਣੇ ਕੋਲ ਟਾਈਮ ਪੀਰੀਅਡ ਜ਼ਿਆਦਾ ਹੈ, ਯਾਨੀ ਕਿ ਪਾਵਰ ਵੱਡੀ ਆ ਰਹੀ ਸੀ, ਤਾਂ ਉਸ ਕੇਸ ਦੇ ਵਿੱਚ ਆਪਾਂ ਦੇਖਿਆ ਕਿ ਲੌਗ ਦਾ ਇਸਤੇਮਾਲ ਕਰਦੇ ਹੋਏ ਆਪਾਂ ਕੰਪਾਊਂਡ ਇੰਟਰਸਟ ਕਿਵੇਂ ਕੈਲਕੂਲੇਟ ਕਰਾਂਗੇ ਜਾਂ ਫਿਰ ਅਮਾਊਂਟ ਕਿਵੇਂ ਕੈਲਕੂਲੇਟ ਕਰਾਂਗੇ। ਹੁਣ ਇਹਨਾਂ 2 ਕਨਸੈਪਟਾਂ ਤੋਂ ਬਾਅਦ ਆਪਾਂ ਬੈਕ ਐਕਸਰਸਾਈਜ਼ ਦੀਆਂ ਕੁਝ ਪ੍ਰੋਬਲਮ ਸੋਲਵ ਕਰਦੇ ਹੈਗੇ ਆ, ਜਿਹਦੇ ਵਿੱਚ ਸਭ ਤੋਂ ਪਹਿਲੀ ਆਪਣੀ ਪ੍ਰੋਬਲਮ ਹੈ ਫਾਈਂਡ ਦਾ ਅਮਾਊਂਟ ਆਫ ਰੁਪੀਜ਼ 6400 in 2 years at the rate 33 and 3/4% per annum compound interest। ਹੁਣ ਦੇਖੋ ਫਾਈਂਡ ਦਾ ਅਮਾਊਂਟ, ਕੁਐਸਚਨ ਦੇ ਵਿੱਚ ਆਪਾਂ ਨੂੰ ਅਮਾਊਂਟ ਫਾਈਂਡ ਆਊਟ ਕਰਨ ਨੂੰ ਕਿਹਾ ਹੈ 6400 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਦੇ ਉੱਤੇ 2 ਸਾਲਾਂ ਦਾ 33 ਸਹੀ 3/4% ਜੇਕਰ ਆਪਣਾ ਵਿਆਜ ਹੈ, ਕੰਪਾਊਂਡ ਇੰਟਰਸਟ ਦੇ ਹਿਸਾਬ ਨਾਲ ਆਪਾਂ ਵਿਆਜ ਲਗਾ ਰਹੇ ਹਾਂ। ਤਾਂ ਦੇਖੋ 6400 रुपये जो है वो साड़ी प्रिंसीपल अमाउंट है, रेट जो है वो 33 सही 3/4%। ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਨਹੀਂ ਦੱਸਿਆ ਉਸਨੇ ਕਿ ਇੰਟਰਸਟ ਕੰਪਾਊਂਡ ਕਦੋਂ ਹੋਏਗਾ, ਤਾਂ ਬਾਈ ਡਿਫਾਲਟ ਅਸੀਂ ਅਜ਼ਿਊਮ ਕਰਕੇ ਚੱਲਾਂਗੇ ਕਿ ਇੰਟਰਸਟ ਜੋ ਕੰਪਾਊਂਡ ਹੋਏਗਾ ਉਹ ਐਨੂਅਲੀ ਕੰਪਾਊਂਡ ਹੋਏਗਾ। ਟਾਈਮ ਪੀਰੀਅਡ ਜੋ ਦਿੱਤਾ ਆਪਾਂ ਨੂੰ ਉਹ 2 ਸਾਲਾਂ ਦਾ ਦਿੱਤਾ ਹੈ ਔਰ ਆਪਾਂ ਫਾਈਂਡ ਆਊਟ ਜੋ ਕਰਨੀ ਹੈ ਉਹ ਅਮਾਊਂਟ ਫਾਈਂਡ ਆਊਟ ਕਰਨੀ ਹੈ। ਤਾਂ ਆਪਾਂ ਫਾਰਮੂਲਾ ਪੜ੍ਹਿਆ ਸੀ ਕਿ ਅਮਾਊਂਟ ਇਜ਼ ਇਕੁਅਲ ਟੂ ਪ੍ਰਿੰਸੀਪਲ ਇਨਟੂ 1 ਪਲੱਸ ਰੇਟ ਅਪॉन 100 ਪਾਵਰ टी। ਤਾਂ ਪ੍ਰਿੰਸੀਪਲ ਅਮਾਊਂਟ ਆਪਣੀ ਜੋ ਹੈ ਉਹ 6400 ਰੁਪਏ ਦੀ ਹੈ, 1 ਪਲੱਸ ਰੇਟ ਜੋ ਆਪਾਂ ਨੂੰ ਦਿੱਤਾ ਹੋਇਆ ਹੈ ਉਹ 33 ਸਹੀ 3/4, ਜਿਸ ਨੂੰ ਆਪਾਂ ਸੋਲਵ ਕਰੀਏ ਤਾਂ 33.75% ਬਣਦਾ ਹੈ, ਡਿਵਾਈਡ ਬਾਈ 100 ਪਾਵਰ ਟਾਈਮ ਪੀਰੀਅਡ ਆਪਾਂ ਨੂੰ ਜੋ ਦਿੱਤਾ ਉਹ 2 ਸਾਲਾਂ ਦਾ ਦਿੱਤਾ ਹੈ। ਹੁਣ ਇਹਦਾ ਐਲਸੀਐਮ ਜੇਕਰ ਆਪਾਂ ਲਈਏ ਤਾਂ ਇਹ ਬਣੇਗਾ 133.75 ਡਿਵਾਈਡ ਬਾਈ 100 ਹੋਲ ਦੀ ਪਾਵਰ ਟਾਈਮ ਪੀਰੀਅਡ ਆਪਾਂ ਨੂੰ 2 ਦਿੱਤਾ ਹੋਇਆ ਹੈ। ਹੁਣ ਇਸ ਨੂੰ ਜੇ ਸੋਲਵ ਕਰੀਏ 100 ਤੇ ਡਿਵਾਈਡ ਕਰੀਏ ਤਾਂ 1.3375 ਹੋਲ ਦੀ ਪਾਵਰ 2। ਤਾਂ ਹੁਣ ਆਪਾਂ ਜਿਵੇਂ ਕਿ ਪਿਛਲੇ ਲੈਕਚਰ ਦੇ ਵਿੱਚ ਵੀ ਆਪਾਂ ਡਿਸਕਸ ਕੀਤਾ, ਉਸ ਤੋਂ ਪਿਛਲੇ ਲੈਕਚਰ ਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਸੀ ਕਿ ਆਪਾਂ ਇਹ ਜੋ ਪਾਵਰ ਹੈ ਇਸ ਨੂੰ ਆਪਾਂ 2 ਤਰੀਕੇ ਨਾਲ ਸੋਲਵ ਕਰ ਸਕਦੇ ਹਾਂ, ਕੈਲਕੂਲੇਟਰ ਦੀ ਹੈਲਪ ਦੇ ਨਾਲ ਵੀ ਸੋਲਵ ਕਰ ਸਕਦੇ ਹਾਂ ਔਰ ਲੌਗ ਦੀ ਹੈਲਪ ਨਾਲ ਵੀ ਸੋਲਵ ਕਰ ਸਕਦੇ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਪਾਵਰ ਛੋਟੀ ਹੋਵੇ ਤਾਂ ਲੌਗ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ, ਤੁਸੀਂ ਉਸ ਨੂੰ ਕੈਲਕੂਲੇਟਰ ਤੇ ਵੀ ਸੋਲਵ ਕਰ ਸਕਦੇ ਹੋ, ਬਟ ਜੇ ਪਾਵਰ ਵੱਡੀ ਹੈ ਤਾਂ ਲੌਗ ਦਾ ਇਸਤੇਮਾਲ ਹੀ ਕਰਾਂਗੇ। ਬਟ ਇੱਥੇ ਆਪਾਂ ਦੋਨੋਂ ਆਲਟਰਨੇਟ ਯੂਜ਼ ਕਰਦੇ ਹੋਏ ਕੁਐਸਚਨ ਸੋਲਵ ਕਰਾਂਗੇ। ਜੇਕਰ ਆਪਾਂ ਕੈਲਕੂਲੇਟਰ ਦੀ ਹੈਲਪ ਦੇ ਨਾਲ 1.3375 ਦੀ ਸਕੁਅਰ ਕਰਦੇ ਹਾਂ ਤਾਂ ਆਪਾਂ ਨੂੰ ਅਪਰੋਕਸੀਮੇਟ ਮਿਲੇਗਾ 1.789, ਜਿਸ ਨੂੰ ਆਪਾਂ 6400 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਨਾਲ ਜੇਕਰ ਮਲਟੀਪਲਾਈ ਕਰੀਏ ਤਾਂ ਆਪਣਾ ਜੋ ਅਮਾਊਂਟ ਆਏਗੀ ਉਹ ਆਏਗੀ 11449 ਰੁਪਏ। ਬਟ ਜੇਕਰ ਅਸੀਂ ਇਸ ਨੂੰ ਇਹ ਜੋ ਪਾਵਰ ਹੈ ਇਸ ਨੂੰ ਆਪਾਂ ਲੌਗ ਦੀ ਹੈਲਪ ਨਾਲ ਸੋਲਵ ਕਰਨਾ ਹੈ ਤਾਂ ਜਿਵੇਂ ਕਿ ਮੈਂ ਲਾਸਟ ਲੈਕਚਰ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਆਪਾਂ ਇਹ ਜੋ ਪਾਵਰ ਵਾਲੀ ਅਮਾਊਂਟ ਹੈ ਉਸ ਨੂੰ ਆਪਾਂ ਕੀ ਕਰ ਲਾਂਗੇ, ਐਕਸ ਵੇਰੀਏਬਲ ਅਜ਼ਿਊਮ ਕਰ ਲਾਂਗੇ। let x is equal to 1.3375 whole the power 2। ਫਿਰ ਆਪਾਂ ਕਿਹਾ ਸੀ ਦੋਨੋਂ ਪਾਸੇ ਆਪਾਂ log ਲਵਾਂਗੇ, ਟੇਕਿੰਗ log both sides। x ਦਾ log ਲਵਾਂਗੇ ਤਾਂ log x ਬਣ ਜਾਏਗਾ ਔਰ ਰਾਈਟ ਹੈਂਡ ਸਾਈਡ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਦੋਂ log ਲਵਾਂਗੇ ਤਾਂ ਪਾਵਰ ਮੂਰੇ ਆ ਜਾਏਗੀ ਔਰ log ਆਪਾਂ ਬੇਸ ਦਾ ਲੈ ਕੇ ਚੱਲਾਂਗੇ। ਤਾਂ ਇਸ ਬੇਸ ਦਾ log ਲੈ ਕੇ ਆਪਾਂ ਜੇ ਦੋਨਾਂ ਮਲਟੀਪਲਾਈ ਕਰਾਂਗੇ ਤਾਂ ਆ ਵੈਲਿਊ ਆਪਣੀ ਸੋਲਵ ਹੋ ਜਾਏਗੀ। ਤਾਂ ਲੌਗ ਆਪਾਂ ਕਿਸ ਤਰੀਕੇ ਨਾਲ ਲਿੱਤਾ ਸੀ, ਦੇਖੋ ਰਿਪੀਟ ਕਰਦੇ ਹਾਂ ਆਪਾਂ ਉਸ ਚੀਜ਼ ਨੂੰ। ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਵਾਰੀ ਆਪਾਂ ਪੁਆਇੰਟ ਇਗਨੋਰ ਕਰਾਂਗੇ ਔਰ ਦੂਸਰੀ ਗੱਲ ਆਪਾਂ ਨੂੰ ਪੁਆਇੰਟ ਇਗਨੋਰ ਕਰਨ ਤੋਂ ਬਾਅਦ 4 ਡਿਜਿਟ ਹੀ ਚਾਹੀਦੇ ਆ, ਪਰ ਜੇ ਮੈਂ ਇੱਥੇ ਦੇਖਾਂ ਤਾਂ ਮੇਰੇ ਕੋਲ 5 ਡਿਜਿਟ ਨੇ, ਤਾਂ ਮੈਂ ਇਸ ਨੂੰ ਰਿਡਿਊਸ ਕਰਕੇ 4 ਡਿਜਿਟ ਤੇ ਲੈ ਕੇ ਆਊਂਗਾ। ਤਾਂ 1.33 ਜੇ ਮੈਂ 5 ਨੂੰ ਇਗਨੋਰ ਕਰਾਂ ਤਾਂ 7 ਦਾ ਕੀ ਬਣ ਜਾਏਗਾ, 8 ਬਣ ਜਾਏਗਾ। ਤਾਂ ਮੇਰੇ ਕੋਲ ਪੁਆਇੰਟ ਨੂੰ ਇਗਨੋਰ ਕਰਨ ਤੋਂ ਬਾਅਦ 1338 ਇਹ ਬਣੇਗੀ ਫਿਗਰ। ਔਰ ਮੈਂ ਤੁਹਾਨੂੰ ਲੌਗ ਦੇਖਣ ਵਾਸਤੇ ਕੀ ਕਿਹਾ ਸੀ ਕਿ ਲੈਫਟ ਹੈਂਡ ਸਾਈਡ ਤੋਂ 2 ਡਿਜਿਟ ਚੱਕੋਗੇ। ਫਿਰ ਜਿਵੇਂ ਕਿ ਲੌਗ ਟੇਬਲ 'ਚ ਆਪਾਂ ਦੇਖ ਰਹੇ ਸੀਗੇ ਕਿ ਇੱਕ ਮੇਨ ਟੇਬਲ ਦਿੱਤਾ ਹੋਇਆ ਸੀ, ਇੱਕ ਮੀਨ ਡਿਫਰੈਂਸ ਟੇਬਲ ਦਿੱਤਾ ਹੋਇਆ ਸੀ। ਤਾਂ ਆਪਾਂ
13 ਦਾ log 3 ਦੇ ਨੀਚੇ ਦੇਖਾਂਗੇ। ਜੇ ਆਪਾਂ 13 ਦਾ log, ਤੁਸੀਂ ਆਪਣੀ log ਟੇਬਲ 'ਚ ਚੈੱਕ ਕਰੋ, 13 ਦਾ log 3 ਦੇ ਨੀਚੇ ਦੇਖਦੇ ਹਾਂ ਆਪਾਂ, ਤਾਂ ਆਪਾਂ ਨੂੰ ਮਿਲੇਗਾ 1239। ਔਰ ਉਸੇ ਚੀਜ਼ ਦੇ ਵਿੱਚ ਜੇਕਰ ਆਪਾਂ 13 ਦਾ ਮੀਨ ਡਿਫਰੈਂਸ ਟੇਬਲ ਦੇ ਵਿੱਚ 8 ਦੇ ਨੀਚੇ ਵੈਲਿਊ ਚੈੱਕ ਕਰੀਏ ਤਾਂ ਉਹ ਮਿਲੇਗਾ 26। ਦੋਨਾਂ ਨੂੰ ਐਡ ਕਰਨ ਤੋਂ ਬਾਅਦ ਆਪਣੀ ਜੋ ਫਿਗਰ ਬਣੇਗੀ ਉਹ ਬਣੇਗੀ 1265। ਤਾਂ 1265 ਪਲਾਟ ਕਰਕੇ ਮੈਂ ਕਿਹਾ ਸੀ ਕਿ ਉਹਦੇ ਅੱਗੇ ਕੀ ਲਗਾ ਦਾਂਗੇ ਆਪਾਂ, ਪੁਆਇੰਟ ਲਗਾ ਦਾਂਗੇ। ਫਿਰ ਮੈਂ ਕਿਹਾ ਸੀ ਜਿਸ ਵੈਲਿਊ ਦਾ ਆਪਾਂ log ਦੇਖਿਆ ਹੈ ਉੱਥੇ ਪੁਆਇੰਟ ਤੋਂ ਪਹਿਲਾਂ ਆਪਾਂ ਕੀ ਚੈੱਕ ਕਰਨੇ ਹੈ, ਨੰਬਰ ਆਫ ਡਿਜਿਟ। ਤਾਂ ਇੱਥੇ ਸਿੰਗਲ ਡਿਜਿਟ ਹੈ, ਤਾਂ ਇੱਕ ਡਿਜਿਟ ਦੇ ਵਿੱਚੋਂ ਇੱਕ ਮਾਈਨਸ ਕਰਾਂਗੇ ਤਾਂ ਬਚਾ 0, ਤਾਂ ਆਪਾਂ ਪੁਆਇੰਟ ਤੋਂ ਮੂਰੇ ਲਗਾ ਦਾਂਗੇ 0। यानी कि 1.338 ਦੀ ਜੋ log ਦੀ ਵੈਲਿਊ ਨਿਕਲੇਗੀ ਉਹ ਨਿਕਲੇਗੀ 0.1265। ਉਸ ਨੂੰ ਫਿਰ 2 ਤੇ ਮਲਟੀਪਲਾਈ ਕਰੋਗੇ ਤਾਂ ਵੈਲਿਊ ਬनेगी 0.253। ਫਿਰ ਆਪਾਂ ਵੈਲਿਊ ਨਿਕਾਲਣੀ ਹੈ x ਦੀ, ਤਾਂ ਮੈਂ ਕਿਹਾ ਸੀ log ਨੂੰ ਆਪਾਂ ਸ਼ਿਫਟ ਕਰ ਦਾਂਗੇ ਰਾਈਟ ਸਾਈਡ ਦੇ ਵਿੱਚ, ਤਾਂ ਉਹ ਜਾ ਕੇ ਐਂਟੀ log ਬਣ ਜਾਏਗਾ। ਤਾਂ 0.253 ਦਾ ਆਪਾਂ ਕੀ ਚੈੱਕ ਕਰਾਂਗੇ, ਐਂਟੀ log। ਹੁਣ ਐਂਟੀ log ਦੇ ਟੇਬਲ ਦੇ ਵਿੱਚ ਆਪਣੀ ਜੋ ਵੈਲਿਊ ਸੀ ਉਹ ਪੁਆਇੰਟਾਂ ਦੇ ਵਿੱਚੋਂ ਸਟਾਰਟ ਹੁੰਦੀ ਸੀ, ਤਾਂ ਤੁਸੀਂ ਚੈੱਕ ਕਰੋ ਐਂਟੀ log ਦੇ ਟੇਬਲ ਦੇ ਵਿੱਚ ਕਿ 0.25 ਦੀ ਮੇਨ ਟੇਬਲ ਦੇ ਵਿੱਚ 3 ਦੇ ਨੀਚੇ ਵੈਲਿਊ ਕਿੰਨੀ ਆ ਰਹੀ ਹੈ, ਉਹ ਆ ਰਹੀ ਹੈ 1791। ਫਿਰ ਮੈਂ ਕਿਹਾ ਸੀ ਕਿ ਹੁਣ ਇੱਥੇ ਤੁਸੀਂ ਦੇਖਣਾ ਕਿ ਪੁਆਇੰਟ ਤੋਂ ਪਹਿਲਾਂ ਵੈਲਿਊ ਕਿੰਨੀ ਹੈ, 0। ਹੁਣ ਇਹਦੇ ਵਿੱਚ ਆਪਾਂ ਇੱਕ ਐਡ ਕਰਾਂਗੇ। ਜਦੋਂ ਆਪਾਂ ਇੱਕ ਐਡ ਕਰਾਂਗੇ ਤਾਂ 0 + 1 1, ਤਾਂ ਆਪਾਂ ਲੈਫਟ ਸਾਈਡ ਤੋਂ ਇੱਕ ਅੱਖਰ ਤੋਂ ਬਾਅਦ, ਇੱਕ ਡਿਜਿਟ ਤੋਂ ਬਾਅਦ ਕੀ ਕਰ ਦਾਂਗੇ, ਪੁਆਇੰਟ ਲਗਾ ਦਾਂਗੇ, ਯਾਨੀ ਕਿ 1.791। ਤਾਂ ਇਹ ਜੋ ਵੈਲਿਊ ਆਪਾਂ ਕੈਲਕੂਲੇਟਰ ਦੇ ਵਿੱਚ ਸੋਲਵ ਕੀਤੀ ਸੀ ਉਹ ਆਈ ਸੀ 1.789। ਪਰ ਜੇ ਇਸੇ ਨੂੰ ਆਪਾਂ log ਦੀ ਹੈਲਪ ਨਾਲ ਸੋਲਵ ਕਰ ਰਹੇ ਹਾਂ ਤਾਂ ਵੈਲਿਊ ਆ ਰਹੀ ਹੈ 1.791। ਤਾਂ ਤੁਸੀਂ ਇਹ ਵੈਲਿਊ ਦਾ ਇਸਤੇਮਾਲ ਵੀ ਇੱਥੇ ਕਰ ਸਕਦੇ ਹੋ ਔਰ ਉਸ ਨੂੰ ਫਿਰ 6400 ਨਾਲ ਮਲਟੀਪਲਾਈ ਕਰਕੇ ਆਪਣੀ ਅਮਾਊਂਟ ਜੋ ਹੈ ਉਹ फाइंड आउट कर सकते हैं। लो बेटा नैक्सट क्वेश्चन जो है अपना फाइंड द अमाउंट। हम इस क्वेश्चन के भी आप अमाउंट फाइंड आउट करनी है एंड कंपाउंड इंटरस्ट भी फाइंड आउट करना है। तो इस क्वेश्चन से आप एक तो अमाउंट फाइंड आउट करनी है और दूसरा कंपाउंड इंटरस्ट फाइंड आउट करना है। ऑन ₹12,000 12,000 रुपये के उत्ते आप अमाउंट की बन रही है वो कैलकुलेट करना है और कंपाउंड इंटरस्ट की बन रहा है वो कैलकुलेट करना है। तो 12,000 रुपये अपनी जो है वो प्रिंसीपल अमाउंट है फॉर 2 ईयर्स। टाइम पीरियड जो अपन दिता है वो 2 सालों का दिता है एट द रेट ऑफ 20% पर एनम। रेट जो है वो 20% पर एनम दिता हुआ है, यानी साल का जो रेट है इंटरस्ट का वो 20% है। वैन द इंटरस्ट इज कंपाउंडड सैमी एनुअली और हाफ ईयरली। हम देखो इस क्वेश्चन दे विच स्पैसीफिकली मैंशन है कि अपना जो इंटरस्ट है वो सैमी एनुअली या हाफ ईयरली कंपाउंड हो रहा है, यानी कि इस क्वेश्चन दे विच ईयरली कंपाउंड नहीं हो रहा अपना इंटरस्ट, कंपाउंडड हाफ ईयरली। हुण इसनूं आपां सॉल्व किवें करना है, देखो मैं की कहा सी तुहानूं कि एक साल दे विच 2 हाफ ईयर हुंदे आ, तो आपां अपना जो रेट है उसनूं 2 ते की कर दांगे, डिवाइड कर दांगे। तो अपना जो रेट ऑफ इंटरस्ट बनेगा वो बनेगा 10% पर हाफ ईयर। और टाइम पीरियड जो दिता अपन वो 2 ईयर्स का दिता है, तो आप इसनों 2 नाल मल्टीप्लाई कर देंगे, यानी कि जे 1 साल दे विच 2 हाफ ईयर ने तो 2 सालों दे विच टोटल 4 हाफ ईयर बन जाएंगे अपने। बस इन्ना काम करना है। उस तो बाद अमाउंट कैलकुलेट करने वास्ते वही सेम फॉर्मूला प्रिंसीपल इंटू 1 + रेट ओवर 100 पावर टी। इत्थे आप रिप्लेस किया प्रिंसीपल अमाउंट में 12,000 रुपये अपन दी हुई है 1 + रेट। रेट हम 20% अप्लाई नहीं करेंगे, आप इतने हाफ ईयरली कंपाउंड हो रहा है तो पर हाफ ईयर अपना जो रेट निकला वो 10% निकलिया, तो रेट आप 10% पुट करेंगे
और टाइम पीरियड जो है वो आप 2 साल पुट नहीं करेंगे, आप 4 हाफ ईयर्स पुट करके चलेंगे। फिर एलसीएम लेके अपने को बन गया 110/100 यानी कि 12,000 मल्टीप्लाई बाय 110/100 पावर 4। ਹੁਣ 110 ਨੂੰ ਜੇਕਰ ਮੈਂ 100 ਤੇ ਡਿਵਾਈਡ ਕਰਾਂ ਤਾਂ ਬਣਿਆ 1.1, ਉਹਦੀ ਪਾਵਰ ਹੈ 4। ਹੁਣ ਇਸ ਨੂੰ ਉਸੇ ਤਰੀਕੇ ਨਾਲ ਜਾਂ ਤਾਂ ਕੈਲਕੂਲੇਟਰ ਦੀ ਹੈਲਪ ਨਾਲ ਸੋਲਵ ਕਰਾਂਗੇ ਜਾਂ ਫਿਰ ਲੌਗ ਦੀ ਹੈਲਪ ਨਾਲ ਸੋਲਵ ਕਰਾਂਗੇ। ਤਾਂ ਜੇ ਮੈਂ ਕੈਲਕੂਲੇਟਰ ਦੀ ਹੈਲਪ ਲੈਣਾ ਹੈ ਤਾਂ 1.1 ਦੀ ਪਾਵਰ 4 ਕਰਨ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਕੈਲਕੂਲੇਟਰ ਦੀ ਹੈਲਪ ਨਾਲ ਆਪਾਂ ਕਿਵੇਂ ਸੋਲਵ ਕਰਾਂਗੇ। 1.1 ਮਲਟੀਪਲਾਈ, ਫਿਰ ਆਪਾਂ ਇਕੁਅਲ ਟੂ ਪ੍ਰੈਸ ਕਰਦੇ ਜਾਵਾਂਗੇ ਔਰ ਆਪਾਂ ਨੂੰ ਪਾਵਰ ਕੀ ਚਾਹੀਦੀ ਹੈ 4। ਤਾਂ ਇੱਥੇ ਨੰਬਰ ਆਫ ਟ੍ਰਾਂਜੈਕਸ਼ਨਸ ਕਿੰਨੀਆਂ ਸ਼ੋ ਹੋਣੀਆਂ ਚਾਹੀਦੀਆਂ ਨੇ, ਤਾਂ ਇੱਥੇ ਨੰਬਰ ਆਫ ਟ੍ਰਾਂਜੈਕਸ਼ਨਸ ਕਿੰਨੀਆਂ ਸ਼ੋ ਹੋਣੀਆਂ ਚਾਹੀਦੀਆਂ ਨੇ 5। ਠੀਕ ਹੈ, ਤਾਂ ਯਾਨੀ ਕਿ 1.4641 ਇਹ ਆਪਾਂ ਨੂੰ ਵੈਲਿਊ ਮਿਲੀ 1.1 ਦੀ ਪਾਵਰ 4 ਦੀ। ਤਾਂ ਉਸ ਨੂੰ ਜੇਕਰ ਮੈਂ 12,000 ਰੁਪਏ ਨਾਲ ਮਲਟੀਪਲਾਈ ਕਰਾਂ ਤਾਂ ਆਪਣੇ ਕੋਲ ਅਮਾਊਂਟ ਕੈਲਕੂਲੇਟ ਕੀਤੀ ਜੋ ਆਪਾਂ, ਉਹ ਬਣੀ 17,569 ਰੁਪਏ 20 ਪੈਸੇ। ਹੁਣ ਆਲਟਰਨੇਟਿਵਲੀ ਜੇਕਰ ਆਪਾਂ 1.1 ਦੀ ਪਾਵਰ 4 ਨੂੰ ਲੌਗ ਦੀ ਹੈਲਪ ਨਾਲ ਸੋਲਵ ਕਰੀਏ ਤਾਂ ਲੈਟ x, ਇਸ ਫਿਗਰ ਨੂੰ ਆਪਾਂ x ਅਸਿਊਮ ਕਰ ਲਾਂਗੇ। ਫਿਰ ਦੋਨੋਂ ਸਾਈਡ ਆਪਾਂ ਲੌਗ ਲਵਾਂਗੇ। x ਦਾ ਲੌਗ ਬਣੇਗਾ log x ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ ਦੇ ਵਿੱਚ ਪਾਵਰ ਮੂਰੇ ਆ ਜਾਏਗੀ। ਲੌਗ ਆਪਾਂ ਦੇਖਾਂਗੇ ਬੇਸ ਦਾ ਯਾਨੀ ਕਿ 1.1 ਦਾ। ਹੁਣ ਲੌਗ ਦੇਖਣ ਵਾਸਤੇ ਦੇਖੋ ਉਹੀ ਕੰਮ, ਪੁਆਇੰਟ ਇਗਨੋਰ ਕਰੋਗੇ। ਜੇ ਪੁਆਇੰਟ ਇਗਨੋਰ ਕਰੀਏ ਤਾਂ ਆਪਣੇ ਕੋਲ ਬਣਿਆ 11। ਹੁਣ ਲੌਗ ਮੈਂ ਕਿਹਾ ਸੀ ਕਿ 10 ਤੋਂ ਸ਼ੁਰੂ ਹੁੰਦਾ ਹੈ ਤਾਂ ਆਪਾਂ ਲੈਫਟ ਸਾਈਡ ਤੋਂ ਕੀ ਚੱਕੇ 2 ਡਿਜਿਟ ਚੱਕੇ। ਹੁਣ ਅੱਗੇ ਦੇਖੋ ਕੋਈ ਵੀ ਆਪਣੇ ਕੋਲ ਡਿਜਿਟ ਨਹੀਂ ਹੈ ਤਾਂ ਅਸੀਂ ਆਪਣੇ ਵੱਲੋਂ ਕੀ ਅਸਿਊਮ ਕਰ ਲਾਂਗੇ 0। ਤਾਂ ਮੇਨ ਟੇਬਲ ਦੇ ਵਿੱਚ ਚੈੱਕ ਕਰਨਾ ਤੁਸੀਂ ਕਿ 11 ਦਾ ਲੌਗ 0 ਦੇ ਨੀਚੇ ਕਿੱਥੇ ਮੇਨ ਟੇਬਲ 'ਚ, ਕਿਉਂਕਿ ਦੇਖੋ ਮੀਨ ਡਿਫਰੈਂਸ ਟੇਬਲ ਦੇ ਵਿੱਚ 0 ਦੀ ਵੈਲਿਊ ਨਹੀਂ ਹੁੰਦੀ ਹੈ ਲੇਕਿਨ ਮੇਨ ਟੇਬਲ 'ਚ 0 ਦੀ ਵੈਲਿਊ ਹੈਗੀ ਹੈ। ਤਾਂ 11 ਦਾ ਜੋ ਲੌਗ ਹੈ ਉਹ 0 ਦੇ ਨੀਚੇ ਚੈੱਕ ਕਰੋ, ਉਹ ਮਿਲੇਗਾ 0414। ਤਾਂ 0414 ਇਹਦੇ ਮੂਹਰੇ ਆਪਾਂ ਲਾਤਾ ਪੁਆਇੰਟ। ਹੁਣ ਫਿਰ ਉਹੀ ਕੰਮ ਕਿ ਜਿਸ ਵੈਲਿਊ ਦਾ ਆਪਾਂ ਲੌਗ ਚੈੱਕ ਕੀਤਾ ਹੈ ਉੱਥੇ ਦੇਖੋ ਕਿ ਪੁਆਇੰਟ ਤੋਂ ਪਹਿਲਾਂ ਨੰਬਰ ਆਫ ਡਿਜਿਟਸ ਕਿੰਨੇ ਆ, ਤਾਂ ਸਿੰਗਲ ਇੱਕ ਡਿਜਿਟ ਹੈ। ਉਹਦੇ ਵਿੱਚੋਂ ਇੱਕ ਮਾਈਨਸ ਕਰਾਂਗੇ, 1 - 1 0 ਹੋ ਗਿਆ, ਤਾਂ ਪੁਆਇੰਟ ਤੋਂ ਮੂਹਰੇ ਆਪਾਂ ਲਗਾਤਾ 0। ਤਾਂ 1.1 ਦਾ ਲੌਗ ਜੋ ਬਣਾ ਉਹ ਬਣਾ 0.0414। ਇਸ ਨੂੰ ਆਪਾਂ 4 ਤੇ ਮਲਟੀਪਲਾਈ ਕੀਤਾ, ਫਿਗਰ ਬਣ ਗਈ 0.1656। ਹੁਣ ਆਪਾਂ ਵੈਲਿਊ ਕੈਲਕੂਲੇਟ ਕਰਨੀ ਹੈ x ਦੀ, ਤਾਂ ਆਪਾਂ ਲੌਗ ਨੂੰ ਸ਼ਿਫਟ ਕਰਤਾ ਰਾਈਟ ਹੈਂਡ ਸਾਈਡ ਦੇ ਵਿੱਚ ਜੋ ਕਿ ਬਣ ਗਿਆ ਐਂਟੀ ਲੌਗ। ਤਾਂ ਆਪਾਂ 0.1656 ਦਾ ਐਂਟੀ ਲੌਗ ਚੈੱਕ ਕਰਾਂਗੇ। ਉਹਦੇ ਵਾਸਤੇ ਆਪਾਂ ਐਂਟੀ ਲੌਗ ਦੇ ਟੇਬਲ 'ਚ ਚੈੱਕ ਕਰਾਂਗੇ ਕਿ 0.16 ਦੀ ਮੇਨ ਟੇਬਲ ਦੇ ਵਿੱਚ 5 ਦੇ ਨੀਚੇ ਵੈਲਿਊ ਕਿੰਨੀ ਹੈ, ਉਹ ਮਿਲੇਗੀ ਬੇਟਾ 1462। ਫਿਰ ਉਸੇ ਸੀਟ ਦੇ ਵਿੱਚ 16 ਦੇ ਸਾਹਮਣੇ ਮੀਨ ਡਿਫਰੈਂਸ ਟੇਬਲ, 0.16 ਦੇ ਸਾਹਮਣੇ ਮੀਨ ਡਿਫਰੈਂਸ ਟੇਬਲ ਦੇ ਵਿੱਚ 6 ਦੇ ਨੀਚੇ ਦੇਖੋ ਵੈਲਿਊ ਕਿੰਨੀ ਮਿਲੇਗੀ 2। ਦੋਨਾਂ ਨੂੰ ਐਡ ਕਰਕੇ ਆਪਣੇ ਕੋਲ ਬਣੇਗੀ ਫਿਗਰ 1464। ਹੁਣ ਫਿਰ ਉਹੀ ਕੰਮ, ਜਿਸ ਵੈਲਿਊ ਦਾ ਆਪਾਂ ਐਂਟੀ ਲੌਗ ਦੇਖਿਆ ਹੈ ਉੱਥੇ ਪੁਆਇੰਟ ਤੋਂ ਪਹਿਲਾਂ ਚੈੱਕ ਕਰੋ ਵੈਲਿਊ ਕੀ ਹੈ, ਵੈਲਿਊ ਹੈ 0। ਤਾਂ 0 ਦੇ ਵਿੱਚ ਇੱਕ ਐਡ ਕਰ ਦਿਓ, ਤਾਂ 0 + 1 1। ਤਾਂ ਆਪਾਂ ਲੈਫਟ ਸਾਈਡ ਤੋਂ ਇੱਕ ਡਿਜਿਟ ਤੋਂ ਬਾਅਦ ਪੁਆਇੰਟ ਲਗਾ ਦਾਂਗੇ, ਤਾਂ ਇਹ ਬਣ ਗਿਆ 1.464। ਤਾਂ ਇਹ ਜੋ ਵੈਲਿਊ 1.1 ਪਾਵਰ 4 ਇਹ ਕੈਲਕੂਲੇਟਰ ਦੀ ਹੈਲਪ ਨਾਲ ਆਪਾਂ ਸੋਲਵ ਕੀਤੀ ਸੀ। ਦੇਖੋ ਲੌਗ ਦੀ ਹੈਲਪ ਦੇ ਨਾਲ ਵੀ ਆਪਾਂ ਨੂੰ ਉਹੀ ਵੈਲਿਊ ਮਿਲ ਰਹੀ ਹੈ। ਹੁਣ ਕੰਪਾਊਂਡ ਇੰਟਰਸਟ ਕੈਲਕੂਲੇਟ ਕਰਨ ਵਾਸਤੇ ਆਪਾਂ ਕੀ ਕਰਨਾ ਸੀ, ਅਮਾਊਂਟ ਮਾਈਨਸ ਪ੍ਰਿੰਸੀਪਲ। ਤਾਂ ਅਮਾਊਂਟ ਜੋ ਤੁਹਾਡੀ ਕੈਲਕੂਲੇਟ ਕੀਤੀ ਹੈ ਤੁਸੀਂ ਉਹਦੇ ਵਿੱਚ ਪ੍ਰਿੰਸੀਪਲ ਅਮਾਊਂਟ ਮਾਈਨਸ ਕਰ ਦਿਓ, ਤਾਂ ਤੁਹਾਡਾ ਕੰਪਾਊਂਡ ਇੰਟਰਸਟ ਆ ਗਿਆ 5,569 ਰੁਪਏ ਤੇ 20 ਪੈਸੇ। ਲੋ ਬੇਟਾ ਨੈਕਸਟ ਕੁਐਸਚਨ ਜੋ ਹੈ ਉਹ ਆਪਣਾ ਹੈ ਫਾਈਂਡ ਦਾ ਅਮਾਊਂਟ। ਹੁਣ ਇਸ ਕੁਐਸਚਨ ਦੇ ਵਿੱਚ ਵੀ ਆਪਾਂ ਕੀ ਫਾਈਂਡ ਆਊਟ ਕਰਨੀ ਹੈ, ਅਮਾਊਂਟ ਫਾਈਂਡ ਆਊਟ ਕਰਨੀ ਹੈ। ਐਂਡ ਇੰਟਰਸਟ, ਹੁਣ ਇੱਥੇ ਦੱਸਿਆ ਨਹੀਂ ਕਿਹੜਾ ਇੰਟਰਸਟ, ਬਟ ਕੁਐਸਚਨ ਨੂੰ ਅੱਗੇ ਰੀਡ ਕਰੋ। ਆਫ ਰੁਪੀਜ਼ 50,000, 50,000 ਰੁਪਏ ਪ੍ਰਿੰਸੀਪਲ ਅਮਾਊਂਟ ਦੇ ਉੱਤੇ ਆਪਾਂ ਅਮਾਊਂਟ ਕੈਲਕੂਲੇਟ ਕਰਨੀ ਹੈ। ਇਨ 1.5 ਈਅਰਸ, ਟਾਈਮ ਪੀਰੀਅਡ ਜੋ ਹੈ ਉਹ ਆਪਾਂ ਨੂੰ 1.5 ਸਾਲਾਂ ਦਾ ਦਿੱਤਾ ਹੋਇਆ ਹੈ। ਐਟ 8% ਪਰ ਐਨਮ,
रेट जो है 8% पर एनम दिता है और लिखता बेटा कंपाउंडड हाफ ईयरली। हम इतों पता लग गया कि आप इंटरस्ट केड़ा कैलकुलेट करना है, कंपाउंड इंटरस्ट कैलकुलेट करना है। और अपना इंटरस्ट कंपाउंड किमें हो रहा है, हाफ ईयरली कंपाउंड हो रहा है। हम ਉਹੀ ਕੰਮ ਕਰਾਂਗੇ ਜਿਵੇਂ ਪਿੱਛੇ ਕੁਐਸਚਨ ਦੇ ਵਿੱਚ ਕੀਤਾ ਆਪਾਂ, ਹਾਫ ਈਅਰਲੀ ਕੰਪਾਊਂਡ ਹੋ ਰਿਹਾ ਤਾਂ ਇੱਕ ਸਾਲ ਦੇ ਵਿੱਚ 2 ਹਾਫ ਈਅਰ ਹੋਣਗੇ, ਤਾਂ ਆਪਾਂ ਰੇਟ ਨੂੰ 2 ਤੇ ਡਿਵਾਈਡ ਕਰ ਦਾਂਗੇ, ਤਾਂ ਆਪਣਾ ਰੇਟ ਬਣੇਗਾ 4% ਪਰ ਹਾਫ ਈਅਰ। ਅੱਛਾ, ਟਾਈਮ ਨੂੰ ਆਪਾਂ 2 ਤੇ ਮਲਟੀਪਲਾਈ ਕਰ ਦਾਂਗੇ, ਤਾਂ 1.5 ਸਾਲ ਦਾ ਜੋ ਟਾਈਮ ਸੀ ਉਹਦੇ ਵਿੱਚ ਆਪਾਂ ਨੂੰ ਹਾਫ ਈਅਰ ਕਿੰਨੇ ਮਿਲ ਜਾਣਗੇ, 3 हाफ ईयर। बस हम बेटा अमाउंट कैलकुलेट करने वास्ते सेम वही फॉर्मूला अप्लाई करेंगे, प्रिंसीपल इंटू 1 प्लस रेट ओवर 100 पावर टी। प्रिंसीपल अपन गिवन है 50,000 रुपये इंटू 1 प्लस रेट अपन ने कैलकुलेट किया 4%, 8% नहीं यूज़ करना, 4% यूज़ करेंगे, 4/100 पावर। टाइम पीरियड भी 1.5 साल इस्तेमाल नहीं करेंगे, 10 हाफ ईयर इस्तेमाल करेंगे। तो 50,000 इंटू एलसीएम लिता 104/100 की पावर 3, फिर 50,000 104 डिवाइड बाय 100 1.04 पावर 3। हुण इसनूं हुण 1.04 पावर 3 है, उसनूं तुसीं कैलकुलेटर दे विच जेकर सॉल्व करते हो तो तुहानूं वैल्यू मिल रही है 1.125। उसनूं 50,000 ते मल्टीप्लाई कर दो, 56,243 रुपये ते 20 पैसे। ये तुहाडी अमाउंट आ गई। कंपाउंड इंटरस्ट कैलकुलेट करने वास्ते अमाउंट माइनस प्रिंसीपल करेंगे, तो अमाउंट के विचों प्रिंसीपल माइनस करके अपना कंपाउंड इंटरस्ट आ गया 6,243 रुपये ते 20 पैसे। हुण जेकर आपां ऑल्टरनेटिवली लॉग का इस्तेमाल करते हुए इस पावर नूं सॉल्व करिए तो आपां इसनूं एक्स एज्यूम कर लांगे, लेट एक्स इज इक्वल टू 1.04 पावर 3। टेकिंग लॉग बोथ साइड्स, दोनों पासे आप लॉग लवेंगे तो लॉग एक्स इज इक्वल टू, अच्छा पावर मूरे आ जाएगी, लॉग की देखना है, बेस का देखना है 1.04 का। हम बेटा लॉग चेक करने वास्ते पॉइंट इग्नोर करोगे एक बारी, तो बने 104। आप लैफ्ट साइड के विचों 2 डिजिट चकांगे, यानी कि 10 का लॉग मेन टेबल से कितने देखेंगे, 4 के नीचे। ठीक है, तो 10 का लॉग 4 के नीचे आप जेकर चेक करते हैं वो मिलेगा आपको 0170, तो 0170 ਉਹਦੇ ਮੂਰੇ ਆਪਾਂ लगाता पॉइंट। अच्छा हम फिर वही काम जिस वैल्यू का लॉग देखा है वो देखो पॉइंट तो मूरे डिजिट किन्ने है, सिंगल डिजिट है, तो आप एक माइनस कर देंगे, एक डिजिट के एक माइनस किया 0, तो इतने पॉइंट तो बाद की लगा देंगे 0, यानी कि 1.04 का लॉग बना 0.0170। उन्होंने 3 तो मल्टीप्लाई करो, वो बन गया 0.051। हम बेटा एक्स कैलकुलेट करने वास्ते लॉग में शिफ्ट करता, एंटी लॉग बन गया, लॉग जाके 0.051 का आप देखेंगे एंटी लॉग। हम बेटा एंटी लॉग के टेबल के 0.05 का मेन टेबल च 1 के नीचे चेक करो कि वैल्यू की दी हुई है, वो है 1125। तो 1125 हम देखो कि जिस वैल्यू का एंटी लॉग तुसीं चेक किया है वो पॉइंट तो पहला वैल्यू कितनी है, तो वैल्यू है 0, 0 के एक ऐड कर दो तो 1, तो लैफ्ट साइड तो एक अखर तो बाद यानी कि एक डिजिट तो बाद पॉइंट लगा दो, वो बन गया 1.125। तो चेक करो कैलकुलेटर की हैल्प के नाल जो तुसी पावर सॉल्व की और लॉग की हैल्प के नाल जो तुसी पावर सॉल्व की सेम वैल्यू मिल गई। हम अपन लो बेटा नैक्सट क्वेश्चन अपने को है फाइंड द कंपाउंड इंटरस्ट। हम इस क्वेश्चन के आप कंपाउंड इंटरस्ट कैलकुलेट करके देना है ऑन ₹50,000 50,000 रुपये के प्रिंसीपल अमाउंट के उत्ते, यानी प्रिंसीपल अमाउंट अपनी 50,000 रुपये फॉर 6 मंथ। टाइम पीरियड जो दिता है वो आपको 6 मंथ का दिता है एट 12% पर एनम। रेट ऑफ इंटरस्ट जो दिता है आपको वो 12% पर एनम दिता हुआ है, और इंटरस्ट अपना जो कंपाउंड हो रहा है वो क्वार्टरली कंपाउंड हो रहा है, यानी कि इंटरस्ट अपना क्वार्टरली कंपाउंड हो रहा है। तो क्वार्टर दे विच आपां क्या सीगा कि एक साल दे विच 4 क्वार्टर ने, यानी साल का चौथा हिस्सा 3-3 महीनों के 4।
ਤਾਂ ਆਪਣੇ ਕੋਲ ਜੋ ਰੇਟ ਹੈ ਉਹ 12% ਸਾਲ ਦਾ ਹੈ, ਔਰ ਸਾਲ ਦੇ ਵਿੱਚ ਕਿੰਨੇ ਕੁਆਟਰ? 4। ਤਾਂ ਆਪਾਂ 4 ਤੇ ਡਿਵਾਈਡ ਕਰ ਦਾਂਗੇ, ਆਪਣਾ ਰੇਟ ਬਣ ਜਾਏਗਾ 3% ਪਰ ਕੁਆਟਰ। ਅੱਛਾ, ਆਪਣੇ ਕੋਲ ਜੋ ਟਾਈਮ ਦਿੱਤਾ ਹੈ ਉਹ 6 ਮੰਥ ਦਾ ਦਿੱਤਾ ਹੋਇਆ ਹੈ। 6 ਮੰਥ ਦੇ ਪੀਰੀਅਡ ਨੂੰ ਜੇਕਰ ਮੈਂ ਲੈ ਕੇ ਚੱਲਾਂ ਤਾਂ 6 ਮੰਥ ਦੇ ਵਿੱਚ 2 ਕੁਆਟਰ ਬਣਨਗੇ। ਤਾਂ ਇੱਥੇ ਤੁਸੀਂ ਧਿਆਨ ਰੱਖਣਾ ਹੈ, ਇੱਥੇ ਤੁਸੀਂ 4 ਤੇ ਮਲਟੀਪਲਾਈ ਨਹੀਂ ਕਰਨਾ। ਜੇ ਤੁਸੀਂ 4 ਤੇ ਮਲਟੀਪਲਾਈ ਕਰਨਾ ਹੈ ਤਾਂ ਤੁਸੀਂ ਚੈੱਕ ਕਰੋ ਕਿ ਜੇ ਆਪਾਂ 6 ਮੰਥ ਦੇ ਪੀਰੀਅਡ ਨੂੰ ਈਅਰ ਦੇ ਅਕੋਰਡਿੰਗ ਲਿਖੀਏ ਤਾਂ ਉਹ ਬਣੇਗਾ ਹਾਫ ਈਅਰ। ਹਾਫ ਈਅਰ। ਹੁਣ ਤੁਸੀਂ ਇਸ ਨੂੰ 4 ਤੇ ਮਲਟੀਪਲਾਈ ਕਰੋ ਤਾਂ ਤੁਹਾਡੇ ਕੋਲ ਆਉਣਗੇ 2 ਕੁਆਟਰਸ। ਡਾਇਰੈਕਟ 6 ਮੰਥ ਨੂੰ ਨਹੀਂ ਕਰਾਂਗੇ ਆਪਾਂ, ਕਿਉਂਕਿ ਦੇਖੋ ਰੇਟ ਆਫ ਇੰਟਰਸਟ ਜਿਹੜਾ ਹੈ ਉਹ ਪਰ ਐਨਮ ਦਿੱਤਾ ਹੋਇਆ, ਸਾਲ ਦਾ ਦਿੱਤਾ ਹੋਇਆ, ਲੇਕਿਨ ਟਾਈਮ ਪੀਰੀਅਡ ਸਾਲ ਦੇ ਅਕੋਰਡਿੰਗ ਨਹੀਂ ਦਿੱਤਾ ਸੀ, 6 ਮਹੀਨੇ ਦਾ ਦਿੱਤਾ ਸੀ। ਤਾਂ ਆਪਾਂ 6 ਮਹੀਨੇ ਨੂੰ ਸਾਲ 'ਚ ਕਨਵਰਟ ਕੀਤਾ, ਸਾਲ ਬਣਿਆ ਹਾਫ। ਫਿਰ ਉਸ ਨੂੰ ਆਪਾਂ ਮਲਟੀਪਲਾਈ ਕਰਾਂਗੇ 4 ਨਾਲ, ਤਾਂ ਉਹ ਬਣੇਗਾ 2 ਕੁਆਟਰਸ। ਹੁਣ ਅਮਾਊਂਟ ਇਜ਼ ਇਕੁਅਲ ਟੂ ਪ੍ਰਿੰਸੀਪਲ ਇੰਟੂ 1 ਪਲੱਸ ਰੇਟ ਓਵਰ 100 ਪਾਵਰ ਟੀ। ਪ੍ਰਿੰਸੀਪਲ ਆਪਣੇ ਕੋਲ ਗਿਵਨ ਸੀ 50,000 ਰੁਪਏ, 1 ਪਲੱਸ ਰੇਟ ਆਪਾਂ ਜੋ ਕੈਲਕੂਲੇਟ ਕੀਤਾ ਉਹ ਪਰ ਕੁਆਟਰ 3% ਕੈਲਕੂਲੇਟ ਕੀਤਾ, ਔਰ ਟਾਈਮ ਪੀਰੀਅਡ ਜੋ ਸੀ 6 ਮਹੀਨੇ ਦਾ ਸੀ, ਜਿਸ ਨੂੰ ਆਪਾਂ ਹਾਫ ਈਅਰ 'ਚ ਕਨਵਰਟ ਕਰਕੇ 2 ਕੁਆਟਰ ਦੇ ਵਿੱਚ ਕਨਵਰਟ ਕੀਤਾ, ਤਾਂ ਟਾਈਮ ਪੀਰੀਅਡ ਆਪਾਂ ਲਵਾਂਗੇ 2 ਕੁਆਟਰ ਦਾ। ਫਿਰ ਉਸੇ ਤਰੀਕੇ ਨਾਲ ਐਲਸੀਐਮ ਲਿੱਤਾ, ਇਹ ਬਣ ਗਿਆ 103/100 ਦੀ ਪਾਵਰ 2। ਹੁਣ 103 ਨੂੰ 100 ਤੇ ਡਿਵਾਈਡ ਕੀਤਾ, 1.03 ਦੀ ਪਾਵਰ 2। ਹੁਣ ਇਸ ਨੂੰ ਜੇਕਰ ਤੁਸੀਂ ਕੈਲਕੂਲੇਟਰ ਦੀ ਹੈਲਪ ਨਾਲ ਸੋਲਵ ਕਰਦੇ ਹੋ ਤਾਂ ਤੁਹਾਨੂੰ ਇਹਦੀ ਵੈਲਿਊ ਮਿਲੇਗੀ 1.0609। ਉਸ ਨੂੰ 50,000 ਤੇ ਮਲਟੀਪਲਾਈ ਕਰਕੇ ਤੁਹਾਡੀ ਅਮਾਊਂਟ ਬਣੀ 53,045 ਰੁਪਏ। ਹੁਣ ਬੇਟਾ ਆਲਟਰਨੇਟਿਵਲੀ ਜੇਕਰ ਆਪਾਂ 1.03 ਦੀ ਪਾਵਰ 2 ਨੂੰ ਲੌਗ ਦੀ ਹੈਲਪ ਨਾਲ ਸੋਲਵ ਕਰੀਏ ਤਾਂ ਦੇਖੋ ਉਹੀ ਸਟੈਪ, ਇਸ ਨੂੰ ਆਪਾਂ ਐਕਸ ਅਜ਼ਿਊਮ ਕਰ ਲਿਆ, ਦੋਨੋਂ ਪਾਸੇ ਲੌਗ ਲਿੱਤਾ, ਇੱਥੇ log x ਇਜ਼ ਇਕੁਅਲ ਟੂ ਪਾਵਰ ਮੂਰੇ ਆ ਗਈ, log ਕਿਹਦਾ ਲਵਾਂਗੇ 1.03 ਦਾ। ਹੁਣ ਉਸੇ ਤਰੀਕੇ ਨਾਲ 1.03 ਪੁਆਇੰਟ ਇਗਨੋਰ ਕਰੋ ਤਾਂ ਬਣ ਗਿਆ 103। log ਟੇਬਲ ਦੇ ਵਿੱਚ 10 ਦਾ log ਮੇਨ ਟੇਬਲ 'ਚ 3 ਦੇ ਨੀਚੇ ਚੈੱਕ ਕਰੋ, ਜੋ ਕਿ ਮਿਲੇਗਾ ਤੁਹਾਨੂੰ 0128। ਤਾਂ 0128। ਹੁਣ ਤੁਸੀਂ ਜਿਸ ਵੈਲਿਊ ਦਾ log ਦੇਖਿਆ ਹੈ ਉਸ ਵੈਲਿਊ ਦੇ ਵਿੱਚ ਤੁਸੀਂ ਦੇਖਣਾ ਕਿ ਪੁਆਇੰਟ ਤੋਂ ਮੂਰੇ ਡਿਜਿਟ ਕਿੰਨੇ ਹੈ, ਤਾਂ 1 ਡਿਜਿਟ ਹੈ, 1 ਦੇ ਵਿੱਚੋਂ 1 ਮਾਈਨਸ ਕਰੋ 0 ਬਚਿਆ, ਤਾਂ ਪੁਆਇੰਟ ਤੋਂ ਮੂਰੇ ਕੀ ਲਗਾ ਦੋਗੇ 0। ਹੁਣ ਇਸ ਨੂੰ ਦੋਨਾਂ ਮਲਟੀਪਲਾਈ ਕੀਤਾ, ਦੋਨਾਂ ਮਲਟੀਪਲਾਈ ਕਰਕੇ ਆਪਣੇ ਕੋਲ ਵੈਲਿਊ ਬਣੀ 0.0256। ਹੁਣ ਆਪਾਂ x ਦੀ ਵੈਲਿਊ ਕੈਲਕੂਲੇਟ ਕਰਨੀ ਹੈ, log ਸ਼ਿਫਟ ਕਰ ਦੋਗੇ, ਐਂਟੀ log ਬਣ ਜਾਏਗਾ 0.0256 ਦਾ ਐਂਟੀ log ਦੇਖੋਗੇ। ਐਂਟੀ log ਦੇ ਟੇਬਲ ਦੇ ਵਿੱਚ ਤੁਸੀਂ ਚੈੱਕ ਕਰਨਾ ਹੈ ਕਿ 0.02 ਦੀ ਮੇਨ ਟੇਬਲ ਦੇ ਵਿੱਚ 5 ਦੇ ਨੀਚੇ ਵੈਲਿਊ ਕਿੰਨੀ ਹੈ, ਉਹ ਮਿਲੇਗੀ ਤੁਹਾਨੂੰ 1059। ਫਿਰ ਉਸੇ ਸੀਟ ਦੇ ਵਿੱਚ 0.02 ਦਾ ਐਂਟੀ log ਜੋ ਹੈ ਉਹ ਮੇਨ ਡਿਫਰੈਂਸ ਟੇਬਲ 'ਚ ਚੈੱਕ ਕਰੋ ਕਿੰਨਾ ਹੈ, ਉਹ ਹੋਏਗਾ 1। ਐਡ ਕਰਕੇ ਬਣਿਆ 1060, ਤਾਂ 1060। ਹੁਣ ਫਿਰ ਉਹੀ ਕੰਮ, ਜਿਸ ਵੈਲਿਊ ਦਾ ਐਂਟੀ log ਦੇਖਿਆ ਹੈ ਉੱਥੇ ਪੁਆਇੰਟ ਤੋਂ ਮੂਰੇ ਵੈਲਿਊ ਚੈੱਕ ਕਰੋ ਕੀ ਹੈ, ਵੈਲਿਊ ਹੈ 0। 0 ਦੇ ਵਿੱਚ ਹੁਣ ਇੱਕ ਐਡ ਕਰਨਾ ਆਪਾਂ, ਤਾਂ ਐਡ ਕੀਤਾ 1, ਤਾਂ ਲੈਫਟ ਸਾਈਡ ਤੋਂ ਇੱਕ ਡਿਜਿਟ ਤੋਂ ਬਾਅਦ ਆਪਾਂ ਪੁਆਇੰਟ ਪਲਾਟ ਕਰ ਦਾਂਗੇ, ਯਾਨੀ ਆਪਣੇ ਕੋਲ ਵੈਲਿਊ ਬਣ ਗਈ 1.060। ਤਾਂ ਜੋ ਕੈਲਕੂਲੇਟਰ ਦੀ ਹੈਲਪ ਦੇ ਨਾਲ ਆਪਾਂ 1.03 ਦੀ ਪਾਵਰ 2 ਸੋਲਵ ਕੀਤੀ ਸੀ, ਉਸ ਨੂੰ ਆਪਾਂ log ਦੀ ਹੈਲਪ ਨਾਲ ਸੋਲਵ ਕੀਤਾ, ਤਾਂ ਆਪਣੇ ਕੋਲ ਬਣੀ 1.060। ਲਓ ਬੇਟਾ ਹੁਣ ਨੈਕਸਟ ਕੁਐਸਚਨ ਦੇਖੋ, ਫਾਈਂਡ ਦਾ ਕੰਪਾਊਂਡ ਇੰਟਰਸਟ। ਹੁਣ ਇਸ ਕੁਐਸਚਨ 'ਚ ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਕੰਪਾਊਂਡ ਇੰਟਰਸਟ ਫਾਈਂਡ ਆਊਟ ਕਰਨਾ ਹੈ ਔਨ ਰੁਪੀਜ਼ 20,000, 20,000 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਹੈ, ਐਟ ਦਾ ਰੇਟ 7%, ਰੇਟ ਆਫ ਇੰਟਰਸਟ 7% ਪਰ ਐਨਮ ਹੈ। ਹੁਣ ਇਹਦੇ ਵਿੱਚ ਆਪਾਂ ਨੂੰ ਟਾਈਮ ਪੀਰੀਅਡ ਜਿਹੜਾ ਹੈ ਉਹ 4 ਟਾਈਮ ਪੀਰੀਅਡ ਅਲੱਗ-ਅਲੱਗ ਦੇ ਰੱਖੇ ਹੈ ਕਿ ਇਸੇ ਪ੍ਰਿੰਸੀਪਲ ਅਮਾਊਂਟ ਦੇ ਉੱਤੇ 7% ਰੇਟ ਆਫ ਇੰਟਰਸਟ ਦੇ ਨਾਲ 5 ਸਾਲਾਂ ਦਾ ਕੰਪਾਊਂਡ ਇੰਟਰਸਟ ਕੀ ਬਣੇਗਾ, 10 ਸਾਲਾਂ ਦਾ ਕੀ ਬਣੇਗਾ, 15 ਸਾਲਾਂ ਦਾ ਕੀ ਬਣੇਗਾ ਔਰ 20 ਸਾਲਾਂ ਦਾ ਕੀ ਬਣੇਗਾ। ਅੱਛਾ, ਇੰਟਰਸਟ ਬੀਇੰਗ ਕੰਪਾਊਂਡਡ ਐਨੂਅਲੀ, ਇੰਟਰਸਟ ਐਨੂਅਲੀ ਕੰਪਾਊਂਡ ਹੋ ਰਿਹਾ ਹੈ, ਇੱਥੇ ਸਪੈਸੀਫਿਕਲੀ ਮੈਂਸ਼ਨ ਕਰਤਾ, ਜੇ ਨਾ ਮੈਂਸ਼ਨ ਕੀਤਾ ਹੁੰਦਾ ਤਾਂ ਬਾਈ ਡਿਫਾਲਟ ਆਪਾਂ ਅਸਿਊਮ ਕਰ ਲੈਂਦੇ ਕਿ ਐਨੂਅਲੀ ਹੀ ਕੰਪਾਊਂਡ ਹੋ ਰਿਹਾ, ਜਦੋਂ ਤੱਕ ਕਿ ਆਪਾਂ ਨੂੰ ਦੱਸਿਆ ਨਾ ਹੋਵੇ ਕਿ ਹਾਫ ਈਅਰਲੀ ਜਾਂ ਫਿਰ ਕੁਆਟਰਲੀ ਜਾਂ ਮੰਥਲੀ ਕੰਪਾਊਂਡ ਹੋ ਰਿਹਾ।
ਹੁਣ ਆਪਣਾ ਜੋ ਰੇਟ ਆਫ ਇੰਟਰਸਟ ਹੈ ਉਹ ਕੰਪਾਊਂਡ ਹੋ ਰਿਹਾ ਐਨੂਅਲੀ। ਟਾਈਮ ਪੀਰੀਅਡ ਦੇਖੋ ਅਲੱਗ ਅਲੱਗ ਦਿੱਤੇ ਹੋਏ ਆ, ਮੈਂ ਇਹਨਾਂ ਨੂੰ ਨਹੀਂ ਸੋਲਵ ਕਰਦਾ, ਮੈਂ ਸਿਰਫ ਇੱਕ ਆਪਸ਼ਨ ਸੋਲਵ ਕਰੂੰਗਾ 20 ਈਅਰਸ ਵਾਲੀ। ਬਾਕੀ 5 ਈਅਰ ਵਾਲੀ, 10 ਈਅਰ ਵਾਲੀ, 15 ਈਅਰ ਵਾਲੀ ਤੁਸੀਂ ਸੋਲਵ ਕਰਨੀ ਹੈ। ਆਪਾਂ ਟਾਈਮ ਪੀਰੀਅਡ ਇੱਥੇ ਲੈ ਕੇ ਚੱਲ ਰਹੇ ਹਾਂ 20 ਈਅਰਸ ਦਾ। ਹੁਣ ਅਮਾਊਂਟ ਕੈਲਕੂਲੇਟ ਕਰਨ ਵਾਸਤੇ ਪ੍ਰਿੰਸੀਪਲ ਇੰਟੂ 1 ਪਲੱਸ ਰੇਟ ਓਵਰ 100 ਪਾਵਰ ਟੀ, ਸੇਮ ਉਹੀ ਫਾਰਮੂਲਾ। ਪ੍ਰਿੰਸੀਪਲ ਆਪਣੇ ਕੋਲ 20,000 रुपये ਦਾ ਹੈ, 1 ਪਲੱਸ ਰੇਟ देखो कंपाउंड एनुअली हो रहा है तो कन्वर्जन की भी लोड़ नहीं है, 7% ही आप यूज़ करके ਚੱਲਾਂਗੇ। और टाइम पीरियड भी साल ਦੇ ਵਿੱਚ ਹੀ ਦਿੱਤਾ ਹੋਇਆ ਹੈ, ਤਾਂ 20 ਸਾਲਾਂ ਦਾ टाइम पीरियड है, उसਨੂੰ ਆਪਾਂ रिप्लेस कर ਦਾਂਗੇ ਇੱਥੇ टी ਦੀ ਥਾਂ ਤੇ। ਹੁਣ ਐਲਸੀਐਮ ਲਿੱਤਾ 107/100 ਦੀ ਪਾਵਰ ਬਣ ਗਈ 20। ਹੁਣ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਇੱਥੇ ਪਾਵਰ ਜਿਹੜੀ ਹੈਗੀ ਹੈ, ਹੁਣ 107 ਨੂੰ 100 ਤੇ ਭਾਗ ਦਿੱਤਾ 1.07, ਉਹਦੀ ਪਾਵਰ ਬਣ ਗਈ 20। ਹੁਣ ਦੇਖੋ 1.07 ਦੀ ਪਾਵਰ 20, ਮੈਂ ਤੁਹਾਨੂੰ ਕਿਹਾ ਸੀ ਜੇ ਪਾਵਰ ਵੱਡੀ ਹੋਵੇ ਜੇ ਪਾਵਰ ਵੱਡੀ ਹੋਵੇ ਤਾਂ ਕੈਲਕੂਲੇਟਰ ਦੀ ਹੈਲਪ ਨਹੀਂ ਲਵਾਂਗੇ, ਆਪਾਂ ਲੌਗ ਦਾ ਇਸਤੇਮਾਲ ਕਰਾਂਗੇ। ਲੇਕਿਨ ਜੇ ਦੇਖੋ ਕੈਲਕੂਲੇਟਰ ਦੀ ਤੁਸੀਂ ਹੈਲਪ ਲੈਂਦੇ ਹੋ ਤਾਂ 1.07 ਦੀ ਪਾਵਰ 20 ਦੇਖੋ ਕਿਵੇਂ ਕਰੋਗੇ। 1.07 ਮਲਟੀਪਲਾਈ ਬਾय इक्वल टू प्रेस करते जाओगे। और कदों तक प्रेस करते जाओगे जो उपर ट्रांजैक्शन आपां नूं 21 नहीं शो हो जांदियां। हुण देखो इत्थे ट्रांजैक्शनस आपां नूं कितनियां शो हो रही ने 21, ਇਹਦਾ मतलब पावर कितनी होगी 20। तो 3.86968 446233 काफ़ी लंबी फिगर आ गई। ਹੁਣ ਇਸ ਨੂੰ ਜੇਕਰ ਆਪਾਂ ਨੋਟ ਕਰਦੇ ਹਾਂ और 20,000 ਤੇ ਮਲਟੀਪਲਾਈ ਕਰਦੇ ਹਾਂ ਤਾਂ ਆਪਣੀ ਅਮਾਊਂਟ ਬਣੀ 77,393 रुपये ਤੇ 69 पैसे। ठीक, अच्छा ਹੁਣ ਇਸੇ ਪਾਵਰ ਨੂੰ ਜੇਕਰ ਆਪਾਂ ਲੌਗ ਦੀ ਹੈਲਪ ਨਾਲ ਸੋਲਵ ਕਰੀਏ, ਕਿਉਂਕਿ ਪਾਵਰ ਵੱਡੀ ਹੈ ਤਾਂ ਮੈਂ ਕਿਹਾ ਸੀ ਪ੍ਰੈਫਰ ਕਰਾਂਗੇ ਲੌਗ ਨੂੰ ਆਪਾਂ। ਤਾਂ ਲੈਟ x इज इक्वल टू 1.07 पावर 20 ਟੇਕਿੰਗ ਲੌਗ ਬੋਥ ਸਾਈਡਸ, log x इज इक्वल टू, अच्छा पावर मुरे आ जाएगी। ਹੁਣ log ਆਪਾਂ ਦੇਖਣਾ 1.07 ਦਾ, 1.07 ਦਾ log ਦੇਖਣ ਵਾਸਤੇ ਪੁਆਇੰਟ ਇਗਨੋਰ ਕੀਤਾ, ਬਣਿਆ 107। log ਟੇਬਲ ਦੇ ਵਿੱਚ ਚੈੱਕ ਕਰੋ ਕਿ 10 ਦਾ log ਮੇਨ ਟੇਬਲ 'ਚ 7 ਦੇ ਨੀਚੇ ਕਿੰਨਾ ਹੈ, ਤਾਂ ਉਹ ਮਿਲੇਗਾ ਤੁਹਾਨੂੰ 0294 ਮਿਲੇਗਾ। ऐसा 0294 ਦੇ ਮੂਰੇ ਆਪਾਂ ਪੁਆਇੰਟ ਲਗਾ ਦਾਂਗੇ। ਹੁਣ ਫਿਰ ਉਹੀ ਕੰਮ, ਜਿਸ ਵੈਲਿਊ ਦਾ log ਦੇਖਿਆ ਹੈ ਉੱਥੇ ਪੁਆਇੰਟ ਤੋਂ ਪਹਿਲਾਂ ਚੈੱਕ ਕਰੋ ਡਿਜਿਟ ਕਿੰਨੇ ਹੈ। ਇਹ ਮੈਂ ਬਾਰ-ਬਾਰ ਇਸ ਕਰਕੇ ਰਿਪੀਟ ਕਰ ਰਿਹਾ ਤਾਂ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ ਇਸ ਚੀਜ਼ ਦੀ। ਇੱਕ ਡਿਜਿਟ ਹੈ, ਇੱਕ ਦੇ ਵਿੱਚੋਂ ਇੱਕ ਮਾਈਨਸ ਕਰ ਦਿਓ 0, ਤਾਂ ਪੁਆਇੰਟ ਤੋਂ ਮੇਰੇ 0 ਪਲਾਟ ਕਰਤਾ, ਤਾਂ ਆਪਣੇ ਕੋਲ ਵੈਲਿਊ ਬਣ ਗਈ 0.0294। उसने 20 ਤੇ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਵੈਲਿਊ ਬਣ ਗਈ 0.588। ਹੁਣ x ਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ log ਨੂੰ ਆਪਾਂ ਸ਼ਿਫਟ ਕਰਤਾ, ਐਂਟੀ log ਬਣ ਗਿਆ 0.588 ਦਾ ਆਪਾਂ ਐਂਟੀ log ਚੈੱਕ ਕਰਾਂਗੇ। ਅੱਛਾ ਹੁਣ ਐਂਟੀ log ਦੀ ਟੇਬਲ 'ਚ ਚੈੱਕ ਕਰੋ ਕਿ 0.58 ਮੇਨ ਟੇਬਲ 'ਚ 8 ਦੇ ਨੀਚੇ ਵੈਲਿਊ ਕਿੰਨੀ ਆ ਰਹੀ ਹੈ, ਤਾਂ ਮਿਲੇਗੀ 3873। अच्छा फिर वही काम एंटी लॉग जिसका देखा तुसीं उत्थे पॉइंट तो पहला की चैक करनी है वैल्यू कितनी है 0 दे विच एक ऐड करांगे तो 1, तो इत्थों लैफ्ट साइड तो एक अखर तो बाद आप पॉइंट लगा देंगे तो ये बन गया 3.873। हुण तुसीं चैक करो कि आप कैलकुलेटर की हैल्प नाल जो 1.07 की पावर 20 में सॉल्व किया तो काफ़ी लंबी वैल्यू मिली आपां नूं। बट उस जेकर log की हैल्प नाल सॉल्व कर रहे हैं तो अपन फिगर मिली 3.873। हुण तुसीं अमाउंट कैलकुलेट करने वास्ते अपनी प्रिंसीपल अमाउंट नूं इस 3.873 नाल मल्टीप्लाइड किया तो अमाउंट आ गई 77,460। तो देखो डिफरेंस कितना आएगा अपना आंसर दे विच। इस फिगर के अकॉर्डिंग अपने को 77,393 रुपये ते 69 पैसे बनता सी, और इस फिगर के नाल अपनी अमाउंट बन रही है 77,460 रुपये। तो एक्यूरेसी चैक करो, तुहाडे बुक दे विच आंसर ये दिता होया। ਇਹਦਾ मतलब जिथे भी पावर अपने कोल वड्डी होएगी असीं उत्थे log का इस्तेमाल करके ही सॉल्व करिए तो ज़्यादा बैटर रहेगा। हुण कंपाउंड इंटरस्ट जेकर कैलकुलेट करेंगे तो नैचुरली गल है उस भी फर्क आएगा। अमाउंट माइनस प्रिंसीपल करोगे तो कंपाउंड इंटरस्ट बना 57,460।
ਜਦ ਕਿ ਇੱਥੇ ਆਪਣਾ ਕੰਪਾਊਂਡ ਇੰਟਰਸਟ ਬਣ ਰਿਹਾ ਸੀ 57,393 ਰੁਪਏ 69 ਪੈਸੇ। ਤਾਂ ਇਹ ਵੀ ਡਿਫਰੈਂਸ ਹੈ। ਤਾਂ ਪ੍ਰੈਫਰ ਕਰਾਂਗੇ ਆਪਾਂ ਲੌਗ।